ਕੀ ਸੋਚ ਰਹੇ ਹੋਗੇ ਕਿ ਕੀ ਕਰਨਾ ਚਾਹੀਦਾ ਉਹਨਾਂ ਸ਼ਹੀਦਾਂ ਲਈ, ਉਹਨਾਂ ਕਿਸਾਨਾਂ ਲਈ ਔਰ ਕਿਸਾਨ ਮੋਰਚੇ ਦੀ ਯਾਦ ਲਈ? ਨਵਾਂ ਸ਼ਹਿਰ ਦੇ ਵਿੱਚ ਜਿੰਨੀ ਵੀ ਉਹਨਾਂ ਨੂੰ ਉਸ ਢੁਕਵੀਂ ਜਿਹੜੀ ਯਾਦਗਾਰ ਬਣਾਉਣ ਨੂੰ ਜ਼ਮੀਨ ਚਾਹੀਦੀ ਆ, ਅਸੀਂ ਉਹ ਜ਼ਮੀਨ ਉਹਨਾਂ ਨੂੰ ਦੇਵਾਂਗੇ। ਤੇ ਜੇ ਕੋਈ ਮਿਊਜ਼ੀਅਮ ਬਣਾਉਣ ਦੀ ਗੱਲ ਚੱਲਦੀ ਹੈ, ਯਾਨੀ ਜੋ ਵੀ ਸੋਚੇ ਸੰਯੁਕਤ ਕਿਸਾਨ ਮੋਰਚਾ ਅਗਰ ਕੁਝ ਵੀ ਸੋਚਦਾ, ਤੁਸੀਂ ਉਹ ਪੂਰਾ ਕਰਨ ਨੂੰ ਤਿਆਰ ਹੋ। ਸੰਯੁਕਤ ਕਿਸਾਨ ਮੋਰਚਾ ਪਹਿਲ ਕਦਮੀ ਕਰੇ ਔਰ ਅਸੀਂ ਉਹਦੇ ਲਈ ਅਜਾਇਬ ਘਰ, ਸ਼ਹੀਦਾਂ ਦੇ ਨਾਮ, ਉਹਨਾਂ ਦੀ ਯਾਦਗਾਰ, ਉਹਨਾਂ ਦਾ ਦਸਤਾਵੇਜ਼ ਸਾਰਾ ਉਹ ਉਸ ਜਗ੍ਹਾ 'ਤੇ ਇਕੱਠਾ ਕਰਕੇ ਬਣਾਇਆ ਜਾਵੇ। ਕਿਸਾਨ ਯੂਨੀਅਨਾਂ ਰਾਜਨੀਤੀ 'ਚ ਆ ਸਕਦੀਆਂ ਨੇ, ਕਿਸਾਨ ਜਥੇਬੰਦੀਆਂ ਆ, ਉਹਨਾਂ ਨੂੰ ਇਹਦੇ ਵਿੱਚ ਵੱਧ ਚੜ੍ਹ ਕੇ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਆ। ਫਿਰ ਕੋਈ ਫਰੰਟ ਕੌਣ ਹੋ ਸਕਦਾ, ਕੋਈ ਮੰਚ ਕੀ ਹੋ ਸਕਦਾ, ਜਾਂ ਕੋਈ ਵੀ ਮੰਚ ਹੋ ਸਕਦਾ, ਜਾਂ ਕਿਸਾਨੀ ਦਾ ਮੰਚ ਹੋ ਸਕਦਾ। ਜਿਹੜੇ ਰਾਜਨੀਤਿਕ ਦੀ ਸੂਝ-ਬੂਝ ਬੰਦੇ ਰੱਖਦੇ ਆ, ਉਹਨਾਂ ਨੂੰ ਅੱਗੇ ਲਿਆ ਕੇ ਇੱਕ ਆਪਣੀ ਜਿਹੜੀ ਆ ਪਾਰਟੀ ਜਾਂ ਕਮੇਟੀ ਬਣਾਉਣੀ ਚਾਹੀਦੀ ਆ। ਪਿਛਲੇ 1 ਸਾਲ 'ਚ ਕਿਸਾਨਾਂ ਤੇ ਕਿਸਾਨ ਮੋਰਚੇ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ। ਕਿਸਾਨ ਸ਼ਹੀਦ ਵੀ ਹੋਏ, ਕਿਸਾਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ। ਹੁਣ ਪੰਜਾਬ ਉਹ ਚੀਜ਼ਾਂ ਉਹਨਾਂ ਨੂੰ ਵਾਪਸ ਮੋੜ ਰਿਹਾ ਹੈ ਜੋ ਪੰਜਾਬ ਨੂੰ ਦੇਣੀਆਂ ਚਾਹੀਦੀਆਂ ਨੇ। ਬਹੁਤ ਸਾਰੇ ਐਲਾਨ ਹੋ ਰਹੇ ਨੇ। ਅਸੀਂ ਬੈਠੇ ਹਾਂ ਨਵਾਂ ਸ਼ਹਿਰ 'ਚ। ਬਰਜਿੰਦਰ ਸਿੰਘ ਹਸੈਨਪੁਰ ਜੋ ਇਲਾਕੇ ਦਾ ਜਾਣਿਆ ਪਛਾਣਿਆ ਨਾਂ, ਉਹਨਾਂ ਨੇ ਵੀ ਇੱਕ ਐਲਾਨ ਕੀਤਾ। ਉਹਨਾਂ ਨੇ ਵੀ ਇੱਕ ਵੱਡੀ ਗੱਲ ਦੇਣ ਦੀ ਗੱਲ ਕਹੀ ਆ। ਸਾਡੇ ਨਾਲ ਉਹਨਾਂ ਤੋਂ ਪੁੱਛਦੇ ਹਾਂ ਕੀ ਐਲਾਨ ਆ, ਉਹ ਕੀ ਦੇਣਾ ਚਾਹੁੰਦੇ ਨੇ। ਸਵਾਗਤ ਹੈ ਬਰਿੰਦਰ ਜੀ, ਬਹੁਤ ਬਹੁਤ ਤੁਹਾਡਾ। ਪ੍ਰੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾ ਸਵਾਲ ਮੈਂ ਜਿਹੜਾ ਕਰ ਹੀ ਰਿਹਾ ਸੀ, ਗੱਲ ਮੇਰੇ ਨਾਲ ਤੁਸੀਂ ਡਿਸਕਸ ਕਰ ਹੀ ਰਹੇ ਸੀਗੇ, ਕੀ ਸੋਚ ਰਹੇ ਹੋ ਤੁਸੀਂ? ਜਿਵੇਂ ਮੈਂ ਕਿਹਾ ਕਿ ਆਪਾਂ ਤਾਂ ਦੇ ਹੀ ਨਹੀਂ ਸਕਦੇ, ਉਹਨਾਂ ਦਾ ਤਾਂ ਕੌਣ ਦੇਣਾ ਦੇ ਸਕਦਾ, ਫਿਰ ਵੀ ਤੁਸੀਂ ਕੀ ਸੋਚ ਰਹੇ ਹੋਗੇ ਕਿ ਕੀ ਕਰਨਾ ਚਾਹੀਦਾ ਉਹਨਾਂ ਸ਼ਹੀਦਾਂ ਲਈ, ਉਹਨਾਂ ਕਿਸਾਨਾਂ ਲਈ ਔਰ ਕਿਸਾਨ ਮੋਰਚੇ ਦੀ ਯਾਦ ਲਈ? ਇਸ 100 ਸਾਲ ਦੀ ਇਸ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਜਿਹੜਾ ਆ, ਪੀਸਫੁਲ ਕਿਸਾਨ ਅੰਦੋਲਨ ਹੋਇਆ। ਔਰ ਸੁਣਨ ਵਿੱਚ ਇਹ ਵੀ ਆਇਆ ਕਿ ਆਉਣ ਵਾਲੇ ਸ਼ਾਇਦ ਜਿਹੜੇ ਪਿਛਲੇ 2 ਸਦੀਆਂ ਗਈਆਂ, ਉਹਦੇ ਵਿੱਚੋਂ ਸਭ ਤੋਂ ਵੱਡਾ ਅੰਦੋਲਨ ਜਿਹੜਾ ਆਜ਼ਾਦੀ ਤੋਂ ਬਾਅਦ ਇਹ ਹੋ ਰਿਹਾ ਆ। ਔਰ ਸਾਡਾ ਮੰਨਣਾ ਹੈ ਕਿ ਜਦੋਂ ਅੰਦੋਲਨ ਹੁੰਦੇ ਆ, ਉਹਦੇ 'ਚ ਸ਼ਹਾਦਤਾਂ ਹੁੰਦੀਆਂ ਆ, ਕਿਸ ਰੂਪ 'ਚ ਵੀ ਹੋਈਆਂ, ਉਹਨਾਂ ਨੂੰ ਸੰਭਾਲਣਾ, ਇਤਿਹਾਸ ਨੂੰ ਸੰਭਾਲਣਾ, ਕਿਸਾਨ ਕਿਵੇਂ ਗਏ, ਕਿਵੇਂ ਇਹ ਅੰਦੋਲਨ ਸ਼ੁਰੂ ਹੋਇਆ ਅਤੇ ਅਖੀਰ ਤੱਕ ਕਿਵੇਂ ਖਤਮ ਹੋਇਆ, ਇਹ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਇਸ ਅੰਦੋਲਨ ਦੀਆਂ ਇਤਿਹਾਸਿਕ ਦਸਤਾਵੇਜ਼ ਔਰ ਉਹਨਾਂ ਦੀਆਂ ਸ਼ਹਾਦਤਾਂ, ਜਿਹੜੇ ਕਿਸਾਨ ਸ਼ਹੀਦ ਹੋਏ ਆ, ਉਹਨਾਂ ਦੇ ਨਾਮ ਨੂੰ ਅਸੀਂ ਸਦੀਆਂ ਤੱਕ ਯਾਦ ਰੱਖਣ ਦੇ ਲਈ ਸਾਨੂੰ ਜਿਹੜੀ ਉਹਨਾਂ ਦੀ ਯਾਦਗਾਰ ਬਣਾਉਣੀ ਬਹੁਤ ਜ਼ਰੂਰੀ ਆ। ਕੀ ਉਹਦੇ 'ਚ ਮਤਲਬ ਕੀ ਕਰ ਰਹੇ ਹੋ ਤੁਸੀਂ? ਕੁਛ ਦੇ ਰਹੇ ਹੋ ਉਹਨਾਂ ਨੂੰ, ਕੀ ਕਰ ਰਹੇ ਹੋਗੇ? ਅਸੀਂ ਸਰਕਾਰ ਨੂੰ ਵੀ, ਪਰ ਸਾਨੂੰ ਲੱਗਦਾ ਵੀ ਜਿਹੜੀ ਸਾਡੀਆਂ ਕਿਸਾਨ ਯੂਨੀਅਨ ਆ, ਉਹਨਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਇਹਦੀ ਯਾਦਗਾਰ ਬਣਾਉਣੀ ਚਾਹੀਦੀ ਆ। ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਨਵਾਂ ਸ਼ਹਿਰ ਦੇ ਵਿੱਚ ਜਿੰਨੀ ਵੀ ਉਹਨਾਂ ਨੂੰ ਉਸ ਢੁਕਵੀਂ ਜਿਹੜੀ ਯਾਦਗਾਰ ਬਣਾਉਣ ਨੂੰ ਜ਼ਮੀਨ ਚਾਹੀਦੀ ਆ, ਅਸੀਂ ਉਹ ਜ਼ਮੀਨ ਉਹਨਾਂ ਨੂੰ ਦੇਵਾਂਗੇ ਤਾਂ ਕਿ ਅਸੀਂ ਇੱਕ ਬਹੁਤ ਵਧੀਆ ਆਪਣੇ, ਕਿਉਂਕਿ ਨਵਾਂ ਸ਼ਹਿਰ ਉਹ ਇਲਾਕਾ ਜਿੱਥੇ ਭਗਤ ਸਿੰਘ ਦੀ ਵੀ ਯਾਦਗਾਰ ਬਣੀ ਆ। ਉਹਦਾ ਪਿਛਲਾ ਪਿੰਡ ਭਗਤ ਸਿੰਘ ਦਾ ਖਟਕੜ ਕਲਾਂ, ਔਰ ਅਸੀਂ ਉਹਦੇ ਲਾਗੇ ਛਾਗੇ ਨਵਾਂ ਸ਼ਹਿਰ ਦੇ ਵਿੱਚ ਕਿਤੇ ਵੀ ਜਿਹੜੀ ਜ਼ਮੀਨ ਲੈ ਕੇ ਅਸੀਂ ਕਿਸਾਨ ਯੂਨੀਅਨ ਨੂੰ ਦੇਵਾਂਗੇ ਔਰ ਜਿਹੜੀ ਵੀ ਉਹਦੇ ਲਈ ਪੂਰਾ ਰਿਕਾਰਡ ਸੰਭਾਲ ਕੇ ਅਸੀਂ ਇਹ ਜਿਹੜੀ ਆ ਯਾਦਗਾਰ ਬਣਾਈਏ। ਤੇ ਜੇ ਕੋਈ ਮਿਊਜ਼ੀਅਮ ਬਣਾਉਣ ਦੀ ਗੱਲ ਚੱਲਦੀ ਹੈ, ਯਾਨੀ ਜੋ ਵੀ ਸੋਚੇ ਸੰਯੁਕਤ ਕਿਸਾਨ ਮੋਰਚਾ ਅਗਰ ਕੁਝ ਵੀ ਸੋਚਦਾ, ਤੁਸੀਂ ਉਹ ਪੂਰਾ ਕਰਨ ਨੂੰ ਤਿਆਰ ਹੋਗੇ? ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਪਹਿਲ ਕਦਮੀ ਕਰੇ ਔਰ ਅਸੀਂ ਉਹਦੇ ਲਈ ਅਜਾਇਬ ਘਰ, ਸ਼ਹੀਦਾਂ ਦੇ ਨਾਮ, ਉਹਨਾਂ ਦੀ ਯਾਦਗਾਰ, ਉਹਨਾਂ ਦਾ ਦਸਤਾਵੇਜ਼ ਸਾਰਾ ਉਹ ਉਸ ਜਗ੍ਹਾ 'ਤੇ ਇਕੱਠਾ ਕਰਕੇ ਬਣਾਇਆ ਜਾਵੇ। ਇੱਕ ਇਹ ਦੱਸੋ ਕਿ ਤੁਹਾਡੇ ਦਿਮਾਗ 'ਚ ਆਈਡੀਆ ਕਿਵੇਂ ਆਇਆ? ਮਤਲਬ ਤੁਹਾਨੂੰ ਕਿਉਂ ਲੱਗਿਆ ਇਹ ਕੰਮ ਬੇਹੱਦ ਜ਼ਰੂਰੀ ਹੈ, ਇਹ ਕੰਮ ਦਾ ਦਸਤਾਵੇਜ਼ੀਕਰਨ ਜ਼ਰੂਰੀ ਹੈ? ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਲਈਏ ਵੀ ਸਿੱਖ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਆਪਣੇ ਹੱਥੀਂ ਗੁਰਬਾਣੀ ਔਰ ਉਸ ਇਲਾਕਿਆਂ ਦਾ ਵਰਣਨ ਲਿਖਦੇ ਗਏ। ਉਸ ਤੋਂ ਬਾਅਦ ਜਿਵੇਂ ਮਿਸਲਾਂ ਦਾ ਰਾਜ ਆਇਆ, ਜੋ ਵੀ ਹੋਇਆ, ਜਿਹੜੇ ਉਸ ਸਮਿਆਂ ਦੇ ਹਮੇਸ਼ਾ ਹੀ ਜਿਹੜੇ ਇਤਿਹਾਸ ਲਿਖਦੇ ਇਤਿਹਾਸਕਾਰ ਨਾਲ ਚੱਲਦੇ ਆ। ਸੋ ਅਸੀਂ ਜਿਹੜੀਆਂ ਇਹ ਚੀਜ਼ਾਂ ਤੋਂ ਆਪਾਂ ਵਾਕਫ ਆ। ਇੰਨਾ ਵੱਡਾ ਅੰਦੋਲਨ ਹੋਇਆ ਅਤੇ ਜੇ ਅਸੀਂ ਉਹਦੀ ਇਸ ਆਧੁਨਿਕ ਸਮੇਂ ਦੇ ਵਿੱਚ ਯਾਦਗਾਰ ਚੰਗੇ ਤਰੀਕੇ ਨਾਲ ਨਹੀਂ ਬਣਾ ਸਕੇ, ਛੇਤੀ ਉਹਨਾਂ ਦੇ ਸਾਰੇ ਜਿਹੜਾ ਡਾਟਾ ਇਕੱਠਾ ਨਹੀਂ ਕਰ ਸਕੇ, ਉਹ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਸਾਨੂੰ ਲੱਗਦਾ ਵੀ ਐਡਿਟ ਹੋਣ ਜਾਣਗੀਆਂ। ਇਸ ਕਰਕੇ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਜਿਹੜੀਆਂ ਆ ਧਿਆਨ ਵਿੱਚ ਰੱਖਦੇ ਹੋਏ ਹਮੇਸ਼ਾ ਹੀ ਸਮਕਾਲੀ ਇਤਿਹਾਸ ਜਿਹੜੇ ਆ, ਜਦੋਂ ਵੀ ਕੋਈ ਘਟਨਾ ਹੁੰਦੀ ਆ ਉਹਦੇ ਲਿਖੇ ਜਾਂਦੇ ਆ
ਔਰ ਅਸੀਂ ਇਹ ਤਾਂ ਕਰਕੇ ਸਾਡੇ ਦਿਮਾਗ ਵਿੱਚ ਆਇਆ ਵੀ ਇਸ ਕਿਸਾਨ ਅੰਦੋਲਨ ਦਾ ਇਤਿਹਾਸ ਵੀ ਸਾਨੂੰ ਬਹੁਤ ਜਲਦੀ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸਾਨੂੰ ਜਿਹੜਾ ਆ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕਰਕੇ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ ਜੀ। ਤੁਸੀਂ ਖੁਦ ਕਿਸਾਨ ਮੋਰਚੇ 'ਚ ਜਾਂਦੇ ਰਹੇ ਹੋਗੇ, ਤੁਹਾਡਾ ਕੀ ਰਿਸ਼ਤਾ ਨਾਲ ਕਿ ਤੁਸੀਂ NRI ਹੋ, ਤੁਸੀਂ ਭਲਾਈ ਦੇ ਕੰਮ ਵੀ ਕਰਦੇ ਹੋਗੇ, ਤੁਹਾਡਾ ਕੀ ਰਿਸ਼ਤਾ ਰਿਹਾ ਇਸ ਅੰਦੋਲਨ ਦੇ ਨਾਲ? ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਮੈਂ ਅਮਰੀਕਾ ਵਿੱਚ ਸੀ, ਪਰ ਸਾਡੇ ਇਸ ਨਵਾਂਸ਼ਹਿਰ ਇਲਾਕੇ ਤੋਂ ਬਹੁਤ ਸਾਰੀਆਂ ਜਿਹੜੇ ਕਿਸਾਨ ਪਿੰਡ ਪੱਧਰ ਤੇ ਉੱਥੇ ਪਹੁੰਚੇ, ਉਹਨਾਂ ਨੇ ਉੱਥੇ ਲੰਗਰ ਲਾਏ। ਅਸੀਂ ਉਹਨਾਂ ਦੇ ਨਾਲ ਤਾਲਮੇਲ ਕਰਕੇ ਸਾਰੇ ਹੀ ਜਿਹੜੇ ਸਾਡੇ ਇਲਾਕੇ ਦੇ ਸੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਵੀ, ਕਿਉਂਕਿ ਆਪਾਂ ਹਮੇਸ਼ਾ ਕਹਿੰਦੇ ਤਨ ਮਨ ਧਨ ਦੇ ਨਾਲ ਅਸੀਂ ਸੇਵਾ ਕਰਨੀ ਆ। ਜਿਹੜੇ ਬੰਦੇ ਫਿਜ਼ੀਕਲ ਰੂਪ 'ਚ ਉੱਥੇ ਜਾ ਕੇ ਸੇਵਾ ਕਰ ਸਕਦੇ ਸੀ ਉੱਥੇ ਗਏ। ਅਸੀਂ ਜਿਹੜਾ ਵੱਧ ਤੋਂ ਵੱਧ ਯੋਗਦਾਨ ਪਾਇਆ ਵੀ ਜਿਹੜੇ ਸਾਡੇ ਉੱਥੇ ਲੰਗਰ ਚੱਲਦੇ ਸੀ ਉਹਨਾਂ ਦੇ ਵਿੱਚ ਰਸਦਾਂ ਬਸਤਾਂ ਪਹੁੰਚਾਉਣੀਆਂ, ਜਾਂ ਹੋਰ ਵੀ ਜੇ ਕੋਈ ਵੀ ਉਹਨਾਂ ਨੂੰ ਸਹੂਲਤ ਦੀ ਲੋੜ ਹੋਈ, ਜਿੰਨੇ ਕੁ ਜੋਗੇ ਅਸੀਂ ਹੈਗੇ ਸੀ ਅਸੀਂ ਪਹਿਲੇ ਦਿਨ ਤੋਂ ਹੀ ਜਿਹੜੇ ਆਪਣੇ ਇਲਾਕੇ ਦੀਆਂ ਸੰਗਤਾਂ ਦੇ ਨਾਲ ਉਹਨਾਂ ਦੇ ਨਾਲ ਖੜੇ। ਔਰ ਉੱਥੇ ਅਸੀਂ 2-4 ਵਾਰ ਗਏ ਵੀ ਆ, ਤੇ ਅਖੀਰ ਵਿੱਚ ਜਿੱਦਣ ਇਹ ਜਿੱਤ ਹੋਈ ਆ ਅਸੀਂ ਆਪਣੇ ਇਲਾਕੇ ਵੱਲੋਂ ਉੱਥੇ ਜਾ ਕੇ ਜਲੇਬੀਆਂ ਦਾ ਲੰਗਰ ਵੀ ਲਾਇਆ। ਔਰ ਉਸ ਦਿਨ ਜਿੱਦਣ ਬਿੱਲ ਰੱਦ ਹੋਏ, ਸ਼ਾਮ ਨੂੰ ਅਸੀਂ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਰੀਆਂ ਸੰਗਤਾਂ ਦੇ ਨਾਲ ਇਕੱਠੇ ਹੋ ਕੇ ਸਟੇਜ ਦੇ ਉੱਪਰ ਜਿਹੜੀ ਆ ਕੈਂਡਲ ਮਾਰਚ ਵੀ ਕੀਤਾ, ਤਾਂ ਕਿ ਅਸੀਂ ਉਹਨਾਂ ਸ਼ਹਾਦਤਾਂ ਨੂੰ ਜਿਹੜੀ ਸ਼ਰਧਾਂਜਲੀ ਦੇ ਸਕੀਏ। ਖੁਸ਼ੀਆਂ ਜਿੱਥੇ ਅਸੀਂ ਮਨਾਉਣੀਆਂ ਆ ਉੱਥੇ ਨਾਲ ਨਾਲ ਜਿਹੜੇ ਉਹ ਪਰਿਵਾਰ ਜਿਹੜੇ ਆਪਣੇ ਬਜ਼ੁਰਗਾਂ ਤੋਂ, ਜਿਹੜੇ ਉਹਨਾਂ ਦੇ ਬੱਚਿਆਂ ਤੋਂ ਵਾਂਝੇ ਹੋ ਗਏ, ਅਸੀਂ ਉਹਨਾਂ ਨੂੰ ਵੀ ਕਿਸੇ ਰੂਪ ਵਿੱਚ ਭੁਲਾ ਨਹੀਂ ਸਕਦੇ। ਸਾਨੂੰ ਬਹੁਤ ਹੀ ਜ਼ਰੂਰੀ ਆ ਵੀ ਉਹਨਾਂ ਨੂੰ ਯਾਦਗਾਰ ਉਹਨਾਂ ਦੀ ਬਣਾਉਣੀ ਤੇ ਉਹਨਾਂ ਨੂੰ ਯਾਦ ਰੱਖਣਾ ਔਰ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ। ਜਿਹੜੇ ਸ਼ਹਾਦਤਾਂ ਦੇ ਗਏ ਆ, ਸਾਡਾ ਸਭ ਤੋਂ ਵੱਡਾ ਜਿਹੜਾ ਆ ਕੰਮ ਆ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਦਾ, ਔਰ ਪਿੰਡ ਪੱਧਰ ਤੇ ਜਿਨ੍ਹਾਂ ਪਰਿਵਾਰਾਂ ਵਿੱਚ ਜੀ ਚਲੇ ਗਏ ਆ ਉਹਨਾਂ ਨੂੰ ਸਾਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਨੂੰ ਸੰਭਾਲਣਾ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ, ਤੇ ਉਹਨਾਂ ਦੇ ਜਿਹੜੇ ਆ ਵੀ ਉਹ ਸਾਡੇ ਪਰਿਵਾਰ ਰੁਲ ਨਾ ਜਾਣ। ਜਿਵੇਂ ਸਾਨੂੰ ਪਿਛਲੇ ਕਈ ਘਟਨਾਵਾਂ ਹੈਗੀਆਂ, ਤੇ ਉਹ ਸਾਡੇ ਜਿਹੜੇ ਇਹ ਕਿਸਾਨ ਯੂਨੀਅਨ ਦੇ ਨਾਲ ਵੀ ਸਾਡੀ ਇੱਕ ਅਪੀਲ ਆ ਵੀ ਉਹਨਾਂ ਪਰਿਵਾਰਾਂ ਨੂੰ ਸੰਭਾਲਣਾ ਵੀ। ਆਮ ਤੌਰ ਤੇ ਹੁੰਦਾ, ਜਿਵੇਂ ਚਰਚਾ ਚੱਲ ਰਹੀ ਹੈ, ਪੰਜਾਬ 'ਚ ਵੀ ਚਰਚਾ ਚੱਲ ਰਹੀ ਹੈ ਕਿ ਕਿਸਾਨ ਯੂਨੀਅਨਾਂ ਰਾਜਨੀਤੀ 'ਚ ਆ ਸਕਦੀਆਂ ਨੇ। ਬਹੁਤ ਸਾਰੇ ਉਹ ਲੋਕਾਂ ਬਾਰੇ ਵੀ ਚਰਚਾ ਚੱਲ ਰਹੀ ਹੈ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਰਹੇ, ਜਿਹੜੇ ਹੋਰ ਵੀ ਕੰਮ ਕਰਦੇ ਸੀ, ਕਿ ਉਹ ਆ ਕੀ ਇਹ ਜੋ ਤੁਸੀਂ ਐਲਾਨ ਕਰ ਰਹੇ ਹੋ ਇਹ ਗੈਰ ਰਾਜਨੀਤਿਕ ਨੇ, ਰਾਜਨੀਤਿਕ ਨੇ? ਕੀ ਤੁਸੀਂ ਆਉਣ ਵਾਲੇ ਸਮੇਂ 'ਚ ਇਲਾਕੇ ਦੀ ਕੋਈ ਨੁਮਾਇੰਦਗੀ ਵੀ ਕਰ ਸਕਦੇ ਹੋਗੇ? ਮੇਰਾ ਮੰਨਣਾ ਇਹ ਆ ਕਿ ਸਮੇਂ ਦੀਆਂ ਪਰਿਸਥਿਤੀਆਂ ਅਨੁਸਾਰ 1947 ਤੋਂ ਪਹਿਲਾਂ ਡਾਂਗ ਦਾ ਰਾਜ ਹੁੰਦਾ ਸੀ, ਜਿੱਦਾਂ ਆਮ ਕਹਿੰਦੇ ਵੀ ਜਿਸ ਦੀ ਲਾਠੀ ਉਸ ਦੀ ਮੱਝ। ਪਰ ਹੁਣ ਜਦੋਂ ਨਵਾਂ ਇਹ ਸਿਸਟਮ ਸਾਰਾ ਬਣ ਗਿਆ, ਜਿਹਨੂੰ ਆਪਾਂ ਡੈਮੋਕ੍ਰੇਟਿਕ ਸਿਸਟਮ ਕਹਿੰਦੇ ਆ, ਇਹਦੇ ਵਿੱਚ ਤਾਕਤ ਹੈਗੀ ਆ ਵੋਟ ਦੀ, ਰਾਜਨੀਤਿਕ ਦੀ। ਜੇ ਮੋਰਚਾ ਦਿੱਲੀ ਤੱਕ ਪਹੁੰਚਿਆ ਉਹ ਵੀ ਇੱਕ ਰਾਜਨੀਤਿਕ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪਹੁੰਚਿਆ। ਮੇਰਾ ਇਹ ਮੰਨਣਾ ਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹਨਾਂ ਨੂੰ ਇਹਦੇ ਵਿੱਚ ਵੱਧ ਚੜ ਕੇ ਸਾਨੂੰ ਇੱਕ ਸਹੀ ਸੁਚਾਰੂ ਰੂਪ, ਕਿਉਂਕਿ ਜਿਹੜੀ ਤਾਕਤ ਹੁੰਦੀ ਆ ਨਾ ਉਹਨੂੰ ਸਮੂਹਕ ਇਕੱਠੇ ਕਰਨਾ ਉਹ ਬਹੁਤ ਜ਼ਰੂਰੀ ਆ। ਪੰਜਾਬ ਦਾ ਕਿਸਾਨ, ਪੰਜਾਬ ਦਾ ਬੱਚਾ ਇਹ ਗੱਲ ਸਮਝ ਗਿਆ ਆ ਕਿ ਜੇ ਅਸੀਂ ਰਾਜਨੀਤਿਕ ਲੋਕਾਂ ਦੇ ਅੱਗੇ ਹੀ ਹਾੜੇ ਕੱਢਣੇ ਆ ਤੇ ਸਾਨੂੰ ਕਿਉਂ ਨਹੀਂ ਗਾਉਣਾ ਚਾਹੀਦਾ ਆ। ਸੋ ਮੇਰੇ ਖਿਆਲ ਵਿੱਚ ਜਿਹੜੇ ਬੰਦੇ ਸਮਰੱਥ ਆ ਰਾਜਨੀਤਿਕ ਆਉਣ 'ਚ, ਜਿਨ੍ਹਾਂ ਦਾ ਫੀਲਡ ਆ, ਜਿਨ੍ਹਾਂ ਨੂੰ ਇੱਕ ਸੋਚ ਆ ਵੀ ਰਾਜਨੀਤਿਕ ਵਿੱਚ ਜਾ ਕੇ ਅਸੀਂ ਫੈਸਲੇ ਲੈ ਸਕਦੇ ਹਾਂ। ਅਮਰੀਕਾ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਜਾਂ MLA ਹੁੰਦੇ ਆ ਉਹਨਾਂ ਦਾ ਜਿਹੜਾ ਅੱਖਰ ਆ ਨਾ ਉਹ ਹੈਗਾ ਲਾਅ ਮੇਕਰ। ਸਾਡੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਿਹੜੇ ਕਾਨੂੰਨ ਆ ਉਹ ਬਣਾਉਂਦੇ ਕੌਣ ਆ। ਜੇ ਸਾਡੇ ਕਾਨੂੰਨ ਮੈਂਬਰ ਪਾਰਲੀਮੈਂਟ ਜਾਂ ਵਿਧਾਨ ਸਭਾ 'ਚ MLA ਬਣਾਉਂਦੇ ਆ ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਇਹਦੇ ਵਿੱਚ ਵੱਧ ਚੜ ਕੇ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਆ, ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਇਹ ਰਾਜਨੀਤਿਕ ਧਿਰਾਂ, ਸਥਾਪਿਤ ਧਿਰਾਂ, ਜੇ ਉਹ ਗਲਤ ਫੈਸਲੇ ਲੈਂਦੀਆਂ ਆ, ਸਾਡੇ ਕਿਸਾਨਾਂ ਦਾ ਉੱਥੇ ਡੰਡਾ ਹੋਵੇ, ਤਾਂ ਕਿ ਉਹ ਆਪਣੀ ਕਿਸਾਨੀ ਨੂੰ ਦੱਸਣ ਦੇ ਲਈ ਕਿਵੇਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਨੂੰ ਪ੍ਰਭਾਵਿਤ ਕਰ ਸਕਦੇ ਹਾਂ, ਅੱਗੇ ਲੈ ਕੇ ਜਾ ਸਕਦੇ ਹਾਂ। ਸਾਨੂੰ ਰਾਜਨੀਤਿਕ ਵਿੱਚ ਆਉਣਾ ਬਹੁਤ ਜ਼ਰੂਰੀ ਆ। ਮੈਂ ਉਹੀ ਕਹਿ ਰਿਹਾਗਾ ਕਿ ਉਹ ਫਿਰ ਕੋਈ ਫਰੰਟ ਕੌਣ ਹੋ ਸਕਦਾ, ਕੋਈ ਮੰਚ ਕੀ ਹੋ ਸਕਦਾ, ਜਾਂ ਕੋਈ ਵੀ ਮੰਚ ਹੋ ਸਕਦਾ, ਜਾਂ ਕਿਸਾਨੀ ਦਾ ਮੰਚ ਹੋ ਸਕਦਾ ਗਾ? ਜਿਹੜੀਆਂ ਵੀ ਸਥਾਪਿਤ ਧਿਰਾਂ ਆ, ਜੇ ਉਹਨਾਂ ਵਿੱਚ ਚੰਗੇ ਬੰਦੇ ਆ, ਜਾਂ ਜੇ ਸੰਯੁਕਤ ਕਿਸਾਨ ਮੋਰਚਾ ਇਹਦੇ ਵਿੱਚ ਬਹੁਤ ਵੱਡੀ ਆਪਣੀ ਭੂਮਿਕਾ ਨਿਭਾ ਸਕਦਾ ਆ, ਉਹਨਾਂ ਨੂੰ
ਜਿਹੜੇ ਰਾਜਨੀਤਿਕ ਦੀ ਸੂਝ-ਬੂਝ ਬੰਦੇ ਰੱਖਦੇ ਆ ਉਹਨਾਂ ਨੂੰ ਅੱਗੇ ਲਿਆ ਕੇ ਇੱਕ ਆਪਣੀ ਜਿਹੜੀ ਆ ਪਾਰਟੀ ਜਾਂ ਕਮੇਟੀ ਬਣਾਉਣੀ ਚਾਹੀਦੀ ਆ, ਜਿਹੜੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਫੈਸਲਾ ਕਰਨ ਕਿ ਕਿਉਂਕਿ ਤੁਸੀਂ ਅਕਸਰ ਆਮ ਦੇਖਦੇ ਜੇ ਤਬਦੀਲੀ ਲਿਆਉਣੀ ਆ ਤੇ ਸਾਨੂੰ 117 ਬੰਦੇ ਚੰਗੇ ਚਾਹੀਦੇ ਆ। ਉਹ ਕਿਸੇ ਪਾਰਟੀ 'ਚ ਹੋਣ ਜਾਂ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੇ ਵੀ ਅਸੀਂ ਕਿਹੜੇ ਬੰਦਿਆਂ ਨੂੰ ਸਮਰਥਨ ਦੇਣਾ ਆ। ਜੇ ਆਪਣੀ ਪਾਰਟੀ ਉਹਨਾਂ ਨੂੰ, ਮੇਰੇ ਖਿਆਲ ਵਿੱਚ ਉਹਨਾਂ ਨੂੰ ਆਪਣੀ ਪਾਰਟੀ ਜ਼ਰੂਰ ਲਿਆਉਣੀ ਚਾਹੀਦੀ ਆ ਤਾਂ ਕਿ ਸਾਨੂੰ ਦੂਜੀਆਂ ਰਾਜਨੀਤਿਕ ਧਿਰਾਂ ਦੇ ਅੱਗੇ ਜਾਣ ਦੀ ਬਜਾਏ, ਕਿਉਂਕਿ ਪੰਜਾਬ ਦੇ ਵਿੱਚ ਕਿਸਾਨੀ ਬਹੁਤ ਹੀ ਜ਼ਿਆਦਾ ਜਿਹੜੀ ਅਹਿਮੀਅਤ ਆ, 12,000 ਤੋਂ ਉੱਪਰ ਪਿੰਡ ਆ, ਪਿੰਡਾਂ ਦੀਆਂ ਵੋਟਾਂ ਆ, ਪਿੰਡਾਂ ਵਿੱਚ ਰਾਜਨੀਤਿਕ ਜਿਹੜੇ ਕਿਸਾਨ ਬੈਠੇ ਆ। ਜੇ ਅਸੀਂ ਸਾਰੀ ਤਾਕਤ ਇਕੱਠੀ ਕਰਕੇ ਆਪਣੇ ਹੀ ਰਾਜਨੀਤਿਕ ਧਿਰਾਂ ਬਣਾ ਕੇ ਕਾਮਯਾਬ ਕਰੀਏ, ਮੇਰੇ ਖਿਆਲ 'ਚ ਜਿਹੜੀ ਇਹ ਕਾਨੂੰਨ ਬਣਨ 'ਚ ਸਾਨੂੰ ਅੜਚਣਾਂ ਆਈਆਂ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਨਹੀਂ ਆਉਣਗੀਆਂ। ਧੰਨਵਾਦ ਤੁਹਾਡਾ ਬਲਜਿੰਦਰ ਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਹਸੈਨਪੁਰ ਸਾਹਿਬ, ਜਿਨ੍ਹਾਂ ਦਾ ਕਹਿਣਾ ਕਿ ਕਿਸਾਨ ਮੋਰਚਾ ਜੋ ਮਰਜ਼ੀ ਹੁਕਮ ਕਰੇ, ਜ਼ਮੀਨ ਉਹ ਦੇਣਗੇ ਜਿੰਨੀ ਵੀ ਲੋੜ ਹੋਏਗੀ, ਚਾਹੇ ਮਿਊਜ਼ੀਅਮ ਬਣਾਉਣਾ, ਯਾਦਗਾਰ ਬਣਾਉਣੀ ਹੈ ਜਾਂ ਕੁਝ ਹੋਰ ਕਰਨਾ। ਔਰ ਉਹਨਾਂ ਦਾ ਕਹਿਣਾ ਕਿ ਰਾਜਨੀਤੀ ਨੇ ਹੀ ਪ੍ਰਭਾਵਿਤ ਕੀਤਾ ਸੀ ਸਾਨੂੰ, ਇਸੇ ਕਰਕੇ ਅਸੀਂ ਦਿੱਲੀ ਗਏ ਸੀ, ਅੰਦੋਲਨ ਇਸੇ ਕਰਕੇ ਕੀਤਾ। ਤੇ ਜੇ ਇਹ ਲੋਕ ਰਲ ਮਿਲ ਕੇ ਪੰਜਾਬ ਬਦਲਦੇ ਨੇ ਤਾਂ ਉਹਨਾਂ 'ਚ ਸ਼ਾਮਲ ਹੋਣ ਨੂੰ ਵੀ ਤਿਆਰ ਨੇ।